सरकार जिहड़ी सो चुकी है बिल्कुल उस सुत्ती हुई सरकार नूं जगा सकीए। वोटां दे टाइम तो हथ जोड़ के आंदे ना अगे कि वोटां पाओ असीं आ करांगे सानूं तोड़न दी भी कोशिश की जा रही है कि तुहाडे दा केस है जिहड़े उपर भेज दित्ते गए आ तुहानूं अगे आउण दी कोई लोड़ नहीं। हर बार नਵੇਂ रूल दे अकॉर्डिंगली आवांगे ते जद कि साडे विचों बहुत सारी एज लिमिट भी पूरी कर चुके हैं। ਅਸੀਂ ਇਹ ਮੰਗ ਕਰਦੇ ਹਾਂ ਵੀ ਗੈਸਟ ਫੈਕਲਟੀ ਲੈਕਚਰਰਾਂ ਨੂੰ ਸਰਕਾਰ ਪੱਕਿਆਂ ਕਰੇ, ਵਿਦਿਆਰਥੀਆਂ ਕੋਲੋਂ ਪੀਟੀਏ ਫੰਡ ਲੈਣਾ ਬੰਦ ਕੀਤਾ ਜਾਵੇ ਤੇ ਸਰਕਾਰ ਇਹਨਾਂ ਨੂੰ ਖਜ਼ਾਨੇ ਦੇ ਵਿੱਚੋਂ ਤਨਖਾਹ ਦੇਵੇ। ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਨੰਗਲ ਵਿਖੇ ਧਰਨਾ ਚੌਥੇ ਦਿਨ ਵੀ ਜਾਰੀ। ਵਿਦਿਆਰਥੀ ਸੰਗਠਨ ਨਾਲ ਮਿਲ ਕੇ ਕੀਤਾ ਅਰਥੀ ਫੂਕ ਪ੍ਰਦਰਸ਼ਨ, ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ। ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੇ ਮਾਮੂਲੀ ਤਨਖਾਹਾਂ ਤੇ ਸਰਕਾਰੀ ਕਾਲਜਾਂ ਵਿੱਚ ਕੰਮ ਕਰ ਰਹੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਕੱਢ ਕੇ ਨਵੀਂ ਭਰਤੀ ਕਰਨ ਦੇ ਵਿਰੋਧ ਵਿੱਚ ਬੀਤੇ ਦਿਨਾਂ ਤੋਂ ਉਹਨਾਂ ਦੇ ਚੱਲੇ ਪ੍ਰਦਰਸ਼ਨ ਦੇ ਚੱਲਦਿਆਂ ਨੰਗਲ ਵਿਖੇ ਉਹਨਾਂ ਦਾ ਧਰਨਾ ਚੌਥੇ ਦਿਨ ਵਿੱਚ ਦਾਖਲ ਹੋਇਆ, ਜਿਸ ਦੌਰਾਨ ਉਹਨਾਂ ਨੇ ਵਿਦਿਆਰਥੀ ਯੂਨੀਅਨ ਨਾਲ ਮਿਲ ਕੇ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜ਼ਾਹਰਾ ਕਰਦਿਆਂ ਆਪਣੀ ਭੜਾਸ ਕੱਢੀ ਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਨੇਤਾ ਵੋਟਾਂ ਵੇਲੇ ਵੱਡੇ ਵਾਅਦੇ ਕਰਦੇ ਹਨ ਪਰ ਬਾਅਦ ਵਿੱਚ ਉਹ ਵੋਟਾਂ ਪੈਣ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ ਤਾਂ ਪਾਸਾ ਵੱਟ ਲੈਂਦੇ ਹਨ ਤੇ ਹੁਣ ਅਸੀਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਇਸ ਗੱਲ ਦਾ ਜਵਾਬ ਦੇਵਾਂਗੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੂਰੇ ਪੰਜਾਬ ਦੇ 48 ਕਾਲਜਾਂ ਵਿੱਚ ਵੱਡੀ ਗਿਣਤੀ 'ਚ ਗੈਸਟ ਫੈਕਲਟੀ ਲੈਕਚਰਰ ਮਾਮੂਲੀ ਤਨਖਾਹ ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਤੋਂ ਪੜ੍ਹਾਈ ਦੇ ਨਾਲ ਹੋਰ ਸਾਰੇ ਦਫ਼ਤਰੀ ਕੰਮ ਵੀ ਲਏ ਜਾਂਦੇ ਹਨ। ਉਹ ਪੱਕੇ ਹੋਣ ਵਾਲੀਆਂ ਸਾਰੀਆਂ ਕੰਡੀਸ਼ਨਾਂ ਕਲੀਅਰ ਹਨ ਪਰ ਪੰਜਾਬ ਸਰਕਾਰ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਦਿਆਂ ਉਹਨਾਂ ਨੂੰ ਕੱਢਣ ਦਾ ਜੋ ਫੈਸਲਾ ਕੀਤਾ ਹੈ ਉਹ ਗਲਤ ਹੈ। ਉਹਨਾਂ ਨੇ ਸਰਕਾਰ ਕੋਲੋਂ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਇਹਨਾਂ ਲੈਕਚਰਰਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਕੋਲੋਂ ਪੀਟੀਏ ਫੰਡ ਲੈਣਾ ਬੰਦ ਕਰਕੇ ਇਹਨਾਂ ਅਧਿਆਪਕਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਦੇ ਕੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ। 48 ਕਾਲਜਾਂ ਦੇ ਵਿੱਚ ਜੋ ਗੈਸਟ ਫੈਕਲਟੀ ਲੈਕਚਰਰ ਨੇ ਜੀ ਉਹ ਨੈਟ ਕਲੀਅਰ ਨੇ, PhD ਨੇ, ਸਾਰੀਆਂ ਜਿਹੜੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਦੇ ਆ ਪਰ ਪੰਜਾਬ ਸਰਕਾਰ ਨੇ ਨਾਦਰਸ਼ਾਹੀ ਫਰਮਾਨ ਜਾਰੀ ਕਰਦੇ ਉਹਨਾਂ ਨੂੰ ਕੱਢਣ ਦਾ ਫੈਸਲਾ ਕੀਤਾ। ਅਸੀਂ ਇਹ ਮੰਗ ਕਰਦੇ ਹਾਂ ਵੀ ਗੈਸਟ ਫੈਕਲਟੀ ਲੈਕਚਰਰਾਂ ਨੂੰ ਸਰਕਾਰ ਪੱਕਿਆਂ ਕਰੇ। 10-10 15-15 ਸਾਲ ਹੋ ਗਏ ਇਹਨਾਂ ਨੂੰ ਕਾਲਜਾਂ ਦੇ ਵਿੱਚ ਪੜ੍ਹਾਉਂਦਿਆਂ ਨੂੰ, ਤੁਸੀਂ ਅੱਜ ਇਹਨਾਂ ਨੂੰ ਕੱਢਦੇ ਹੋ ਤਾਂ ਇਹਨਾਂ ਦਾ ਫਿਊਚਰ ਕੀ ਆ ਪੰਜਾਬ ਦੇ ਵਿੱਚ। ਤੇ ਦੂਸਰੇ ਪਾਸੇ ਅਸੀਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹਨਾਂ ਦੀ ਹਮਾਇਤ ਕਰਦੇ ਹਾਂ ਕਿ ਵਿਦਿਆਰਥੀਆਂ ਕੋਲੋਂ ਪੀਟੀਏ ਫੰਡ ਲੈਣਾ ਬੰਦ ਕੀਤਾ ਜਾਵੇ ਤੇ ਸਰਕਾਰ ਇਹਨਾਂ ਨੂੰ ਖਜ਼ਾਨੇ ਦੇ ਵਿੱਚੋਂ ਤਨਖਾਹ ਦੇਵੇ ਤੇ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇ। ਹਰ ਇੱਕ ਜਿਹੜਾ ਕਾਰਜ ਹੈ ਗਤੀਵਿਧੀ ਭਾਵੇਂ ਸੱਭਿਆਚਾਰਕ ਹੈ, ਭਾਵੇਂ ਕੋਈ ਐਗਜ਼ਾਮੀਨੇਸ਼ਨ ਡਿਊਟੀ ਹੈ, ਭਾਵੇਂ ਕੋਈ ਹੋਰ NSS ਹੈ, NCC ਹੈ, ਅਸੀਂ ਉਹਨਾਂ ਸਾਰਿਆਂ ਨੂੰ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਾਂ। ਅਸੀਂ ਰੈਗੂਲਰ ਸਟਾਫ ਦੇ ਵਾਂਗ ਸਾਰਾ ਕੰਮ ਕਰਦੇ ਹਾਂ ਪਰ ਸਾਨੂੰ ਅਸੀਂ ਨਿਗੂਣੀਆਂ ਤਨਖਾਹਾਂ ਤੇ ਜਿਹੜੇ ਕੰਮ ਕਰ ਰਹੇ ਹਾਂ ਸਾਨੂੰ ਹੁਣ ਤਾਂ ਸਰਕਾਰ ਆਪਣੀ ਅਸੀਂ ਸੁਹਾਵਣੇ ਬਰੇ ਸਾਰੇ ਦਿੱਤੇ ਆ ਇਸ ਕਾਲਜਾਂ ਨੂੰ ਪਰ ਹੁਣ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਆਪਣਾ ਤੁਰਦੇ ਬਣੋ ਅਤੇ ਅਸੀਂ ਕਿ ਨਵੀਆਂ ਪੋਸਟਾਂ ਕੱਢ ਰਹੇ ਹਾਂ। ਸੋ ਜਿਹੜੇ ਉਹਨਾਂ ਨੇ 19/2/2020 ਨੂੰ ਜਿਹੜਾ ਪੱਤਰ ਜਾਰੀ ਕੀਤਾ ਅਸੀਂ ਚਾਹੁੰਦੇ ਹਾਂ ਕਿ ਉਹਦੇ ਜਿਹੜੇ ਮਾਪਦੰਡ ਅਪਣਾਏ ਗਏ ਆ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਸਾਰੇ ਸਮੂਹ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਲੈਕਚਰਾਂ ਨੂੰ ਪੱਕਾ ਕੀਤਾ ਜਾਵੇ। ਪਹਿਲਾਂ ਵੀ ਡਿਸਕਸ ਹੋ ਚੁੱਕਿਆ, ਅਸੀਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਬੈਠੇ ਹਾਂ ਕਿ ਸਾਨੂੰ ਬਿਨਾਂ ਕਿਸੇ ਸ਼ਰਤ ਦੇ ਰੈਗੂਲਰ ਕੀਤਾ ਜਾਵੇ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਦਿੰਦੇ ਆ ਰਹੇ ਹਾਂ। ਅੱਜ ਗੌਰਮੈਂਟ ਦੀ ਜਿਹੜੀ ਪਾਲਿਸੀ ਹੈ ਸਾਨੂੰ ਕੱਢਣ ਦੀ ਕਿ ਉਹ ਸਾਡੇ 'ਚ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾਉਣਾ ਚਾਹੁੰਦੇ ਆ, ਉਹ ਅਸੀਂ ਨਹੀਂ ਹੋਣ ਦੇਵਾਂਗੇ ਕਿਉਂਕਿ 1997 ਤੋਂ ਬਾਅਦ ਗੌਰਮੈਂਟ ਨੇ ਇਹਨਾਂ ਕਾਲਜਾਂ ਵਿੱਚ ਕੋਈ ਭਰਤੀ ਨਹੀਂ ਕੀਤੀ ਤੇ ਸਾਡੇ ਨਾਲ ਟਾਈਮ ਜਿਹੜਾ ਉਹ ਲੰਘਾਉਂਦੀ ਰਹੀ ਹੈ ਤੇ ਜਦੋਂ ਅੱਜ ਭਰਤੀ ਤੋਂ ਰੋਕ ਹਟ ਗਈ ਹੈ ਤਾਂ ਗੌਰਮੈਂਟ ਕਹਿੰਦੀ ਹੈ ਅਸੀਂ ਤੁਹਾਨੂੰ ਕੱਢ ਕੇ ਨਵੀਂ ਭਰਤੀ ਕਰਾਂਗੇ ਕਿ ਤੁਸੀਂ PPSC ਦੇ ਥਰੂ ਆਓ ਕਿ ਤੁਸੀਂ ਤਾਂ ਕਿਸੇ ਕਾਨੂੰਨ ਦੇ ਥਰੂ ਨਹੀਂ ਆਏ ਹੋਏ। ਪਰ ਜਦੋਂ ਸਰਕਾਰ ਨੂੰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਗੱਲ ਤੁਹਾਨੂੰ ਉਦੋਂ ਨਹੀਂ ਪਤਾ ਸੀਗੀ ਕਿ ਅਸੀਂ ਕਾਨੂੰਨ ਦੇ ਥਰੂ ਆਏ ਹਾਂ ਕਿ ਨਹੀਂ ਆਏ ਹਾਂ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਤੋਂ 23 ਸਾਲਾਂ ਤੋਂ ਇੱਥੇ ਗੈਸਟ ਫੈਕਲਟੀ ਦੇ ਸਹਾਰੇ ਕਾਲਜਾਂ ਵਿੱਚ ਕੰਮ ਲੈ ਰਹੇ ਹੋ। ਉਹਨਾਂ ਤੋਂ ਹਰ ਇੱਕ ਵਿਦਿਅਕ ਕੰਮ ਹੈ, ਚਾਹੇ ਖੇਡਾਂ ਦਾ ਕੰਮ ਹੈ, ਚਾਹੇ ਉਹ ਕਲੈਰੀਕਲ ਕੰਮ ਵੀ ਅਸੀਂ ਕੀਤਾ ਹੈ, ਕਿਸੇ ਕੰਮ ਤੋਂ ਅਸੀਂ ਇਨਕਾਰ ਨਹੀਂ ਕੀਤਾ ਕਿ ਅਸੀਂ ਨਹੀਂ ਘੱਟ ਤਨਖਾਹਾਂ ਤੇ ਕੰਮ ਕੀਤਾ ਤੇ ਅੱਜ ਸਰਕਾਰ ਕਹਿੰਦੀ ਹੈ ਕਿ ਤੁਸੀਂ ਘਰ ਜਾਓ, ਤੁਸੀਂ ਦੁਬਾਰਾ PPSC ਦੇ ਥਰੂ ਆਓ ਤੇ ਸਾਨੂੰ ਇਹ ਕੰਮ ਰਹਿ ਗਿਆ ਕਿ ਅਸੀਂ ਹਰ ਬਾਰ ਨਵੇਂ ਰੂਲ ਦੇ ਅਕੋਰਡਿੰਗਲੀ ਆਵਾਂਗੇ ਤੇ ਜਦ ਕਿ ਸਾਡੇ ਵਿੱਚੋਂ ਬਹੁਤ ਸਾਰੀ ਏਜ ਲਿਮਿਟ ਵੀ ਪੂਰੀ ਕਰ ਚੁੱਕੇ ਆ। ਗਵਰਨਮੈਂਟ ਸਰਵਿਸ ਦੀ 37 ਸਾਲ ਏਜ ਲਿਮਿਟ ਆ ਉਹ ਪੂਰੀ ਕਰ ਚੁੱਕੇ ਆ। ਅਸੀਂ ਉਹ ਸਾਡੇ ਵਿੱਚੋਂ ਬਹੁਤ ਸਾਰੇ ਆ ਜਿਹੜੇ ਉਸ ਏਜ ਲਿਮਿਟ ਵਿੱਚ ਨਹੀਂ ਆਉਂਦੇ ਤੇ ਸਾਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੇ ਦਾ ਕੇਸ ਹੈ ਜਿਹੜੇ ਉੱਪਰ ਭੇਜ ਦਿੱਤੇ ਗਏ ਆ, ਤੁਹਾਨੂੰ ਅੱਗੇ ਆਉਣ ਦੀ ਕੋਈ ਲੋੜ ਨਹੀਂ ਹੈ। ਪਰ ਉਹਨਾਂ ਕੇਸਾਂ ਬਾਰੇ ਸਰਕਾਰ ਨੇ ਹਜੇ ਕੋਈ ਡਿਸੀਜਨ ਤਾਂ ਨਹੀਂ ਲਿਆ।
ਸਾਡੇ ਵਿੱਚ ਬਹੁਤ ਸਾਰੇ ਐਸੇ ਬੈਠੇ ਆ ਜੋ ਸਰਕਾਰ ਨੇ ਸ਼ਰਤਾਂ ਲਗਾਈਆਂ ਸੀਗੀਆਂ ਕਿ 10 ਸਾਲਾਂ ਦਾ ਜੋ ਪੀਰੀਅਡ ਆ ਤੁਹਾਡਾ ਹੋਣਾ ਚਾਹੀਦਾ ਹੈ, ਤੁਹਾਡਾ ਕੋਈ ਕੋਰਟ ਕੇਸ ਨਹੀਂ ਹੋਣਾ ਚਾਹੀਦਾ। ਉਹ ਸਾਰੀਆਂ ਬੇਤੁਕੀ ਸ਼ਰਤਾਂ ਵਿੱਚ ਸਾਡੇ ਵਿੱਚੋਂ ਕੋਈ ਵੀ ਨਹੀਂ ਆ ਰਿਹਾ। ਸੋ ਅਸੀਂ ਕਿਵੇਂ ਰੈਗੂਲਰ ਹੋਵਾਂਗੇ? ਸਾਡਾ ਭਵਿੱਖ ਹੈ ਜਿਹੜਾ ਉਹ ਖਤਰੇ ਵਿੱਚ ਹੈ। ਅਸੀਂ ਇੱਥੇ MPhil MA MPhil PhD ਨੈਟ ਕਲੀਅਰ ਕਰਕੇ ਬੈਠੇ ਹੋਏ ਆ। ਸਾਡੇ ਪੇਰੈਂਟਸ ਨੇ ਇੰਨੀ ਹਿੰਮਤ ਕੀਤੀ ਹੈ, ਮਿਹਨਤ ਕੀਤੀ ਹੈ ਸਾਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ। ਅਸੀਂ ਅਗਲੇ ਬੱਚਿਆਂ ਨੂੰ ਕੀ ਕਹੀਏ ਕਿ ਤੁਸੀਂ ਇਹ ਵਾਲੀਆਂ ਡਿਗਰੀਆਂ ਕਰੋ, ਕਿਉਂਕਿ ਸਾਡਾ ਆਪਣਾ ਭਵਿੱਖ ਹੈ ਜਿਹੜਾ ਉਹ ਖਤਰੇ ਵਿੱਚ ਹੈ। ਬਹੁਤ ਸਾਰੀਆਂ ਸਾਡੀ ਜਿਹੜੀ ਐਸੋਸੀਏਸ਼ਨ ਆ ਉਹ ਸਮੇਂ-ਸਮੇਂ ਤੇ ਹਰ ਇੱਕ ਮੰਤਰੀਆਂ ਨਾਲ ਮਿਲਦੀ ਰਹੀ ਹੈ ਤੇ ਅਸੀਂ ਵੀ ਆਪਣੇ ਨਿੱਜੀ ਪੱਧਰ ਤੇ ਕਾਲਜ ਲੈਵਲ ਤੇ ਵੱਖ-ਵੱਖ ਮੰਤਰੀਆਂ ਨਾਲ, ਜੋ ਸਾਡੇ ਲੋਕਲ ਮੰਤਰੀ ਸੀਗੇ, ਅਸੀਂ ਸਾਡੇ ਇਸ ਏਰੀਆ ਵਿੱਚ ਸਪੀਕਰ KP ਰਾਣਾ ਸਿੰਘ ਜੀ, ਉਹਨਾਂ ਨੂੰ ਵੀ ਕਮਰਪਾਲ ਸਿੰਘ ਜੀ, ਉਹਨਾਂ ਨੂੰ ਜਾ ਕੇ ਮਿਲੇ, ਆਪਣਾ ਮੰਗ ਪੱਤਰ ਦਿੱਤਾ ਹੈ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਭਰੋਸਾ ਤਾਂ ਦਿੱਤਾ ਸੀ ਕਿ ਅਸੀਂ ਤੁਹਾਡੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਵਾਂਗੇ, ਪਰ ਕੋਈ ਵੀ ਸੁਣਵਾਈ ਨਹੀਂ ਹੈ। ਸਰਕਾਰ ਦੇ ਲਾਰੇ ਲਾ ਰਹੇ ਆ ਕਿਉਂਕਿ ਕੈਪਟਨ ਸਰਕਾਰ ਨਹੀਂ ਚਾਹੁੰਦੀ ਕਿ ਕਿਸੇ ਨੂੰ ਰੁਜ਼ਗਾਰ ਦਿੱਤਾ ਜਾਵੇ। ਉਹਨਾਂ ਦਾ ਸਿਰਫ ਸੜਕਾਂ ਦੇ ਵੱਡੇ ਪੋਸਟਰ ਹੈ ਜਿਹੜੇ ਉਹ ਲਾਏ ਹੋਏ ਨੇ ਕਿ ਇਸ ਘਰ ਰੁਜ਼ਗਾਰ ਮੈਂ ਇੰਨੇ ਬੰਦਿਆਂ ਨੂੰ ਨੌਕਰੀਆਂ ਦੇ ਦਿੱਤੀਆਂ, ਰੁਜ਼ਗਾਰ ਮੇਲੇ ਲਗਾ ਦਿੱਤੇ। ਕਿਸੇ ਵੀ ਘਰ 'ਚ ਜਾ ਕੇ ਪੁੱਛੋਗੇ ਕਿਸੇ ਦੇ ਬੱਚੇ ਨੂੰ ਰੁਜ਼ਗਾਰ ਮਿਲਿਆ ਹੈ? ਉਹ ਸਿਰਫ ਰੁਜ਼ਗਾਰ ਮੇਲੇ ਨਾਂ ਦੇ ਰੁਜ਼ਗਾਰ ਮੇਲੇ ਸੀ ਜਿਹੜੇ ਸਵੀਗੀ। ਸੋ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਸੋ ਚੁੱਕੀ ਹੈ, ਬਿਲਕੁਲ ਉਸ ਸੁੱਤੀ ਹੋਈ ਸਰਕਾਰ ਨੂੰ ਜਗਾ ਸਕੀਏ, ਦੱਸ ਸਕੀਏ ਕਿ ਅਸੀਂ ਇਕੱਲੇ ਨਹੀਂ ਆ। ਅਸੀਂ ਸਿਰਫ 1011 ਪ੍ਰੋਫੈਸਰ ਹੀ ਨਹੀਂ ਹੈ, ਸਾਡੇ ਨਾਲ ਬੱਚੇ ਜੁੜੇ ਹੋਏ, ਸਾਡੇ ਪਰਿਵਾਰ, ਦੋ ਪਰਿਵਾਰ ਸਾਡੇ ਨਾਲ ਜੁੜੇ ਹੋਏ ਹੈ। ਸੋ ਉਹਨਾਂ ਪਰਿਵਾਰਾਂ ਦੇ ਅੱਗੇ ਸਾਡੇ ਨਾਲ ਕਿੰਨੇ ਰਿਸ਼ਤੇਦਾਰ ਜੁੜੇ ਹੋਏ ਹੈ। ਸੋ ਸਰਕਾਰ ਹੈ ਜਿਹੜੀ ਇਹ ਨਾ ਸਮਝੇ ਕਿ ਅਸੀਂ 1000 ਦੇ ਕਰੀਬ, ਕੋਈ ਗੱਲ ਨਹੀਂ, ਜਿਨ੍ਹਾਂ ਨੂੰ ਕੱਢ ਦਿੱਤਾ ਸਾਨੂੰ ਫਰਕ ਨਹੀਂ ਪੈਣਾ, ਪਊਗਾ ਸਰਕਾਰ ਨੂੰ ਜ਼ਰੂਰ ਫਰਕ ਪਊਗਾ। ਤੇ ਅਸੀਂ ਇਹ ਫਰਕ ਹੈ ਜਿਹੜਾ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਦਿਖਾ ਕੇ ਦੱਸਾਂਗੇ ਕਿ ਸਰਕਾਰ ਤੇ ਕੀ ਬਣ ਸਕਦੀ। ਵੋਟਾਂ ਦੇ ਬਿਨਾਂ ਵੀ ਦੱਸਾਂਗੇ। ਜਿਹੜੇ ਵੋਟਾਂ ਦੇ ਟਾਈਮ ਤਾਂ ਹੱਥ ਜੋੜ ਕੇ ਆਉਂਦੇ ਆ ਨਾ ਅੱਗੇ ਕਿ ਵੋਟਾਂ ਪਾਓ, ਅਸੀਂ ਆਹ ਕਰਾਂਗੇ ਆਹ ਕਰਾਂਗੇ। ਹੁਣ ਸਰਕਾਰ ਨੂੰ ਪੁੱਛਦੇ ਆ ਕਿ ਉਹ ਟਾਈਮ ਹੈ ਜਿਹੜਾ ਬੀਤ ਚੁੱਕਿਆ ਹੈ, ਕਿ ਲੋਕ ਜਿਹੜੀ ਆ ਜਾਗ ਚੁੱਕੇ ਆ, ਜਨਤਾ ਜਾਗ ਚੁੱਕੀ ਹੈ, ਸੁਚੇਤ ਹੋ ਚੁੱਕੀ ਹੈ ਕਿ ਆਪਣੇ ਅਧਿਕਾਰਾਂ ਲਈ ਕਿਵੇਂ ਲੜਨਾ ਹੈ ਤੇ ਅਸੀਂ ਲੜਾਂਗੇ। ਜਿੱਥੋਂ ਤੱਕ ਵੀ ਜਾਣਾ ਪਿਆ ਉੱਥੋਂ ਤੱਕ ਅਸੀਂ ਜਾਵਾਂਗੇ। ਅੱਜ ਕੀ ਨਾਮ ਹੈ? ਮੇਰਾ ਨਾਮ ਸਰ ਦੀਪ ਬੰਗਾ। ਸਰ ਇਹ ਆਪਣਾ ਇਹਨਾਂ ਦੇ ਸਰ ਗੈਸਟ ਫੈਕਲਟੀ ਸਰ ਇਹਨਾਂ ਨੂੰ ਪਹਿਲਾਂ ਉਹਨੇ ਸਰਕਾਰ ਨੇ ਕਿਹਾ ਤਾਂ ਵੀ ਅਸੀਂ ਇਹਨਾਂ ਨੂੰ ਸਰ ਇੱਕ ਬੇਸ ਰੱਖਿਆ ਤਾਂ ਉਹਨਾਂ ਨੂੰ ਘੱਟ ਲਿਮਟ ਦੀ ਤਨਖਾਹ ਦਿੱਤੀ ਸਰ। ਸਾਡੇ PDF ਫੰਡ ਵਿੱਚੋਂ ਨਹੀਂ ਨਾ ਪੈਸੇ ਕੱਢਦੇ ਸਰ ਉਹ ਸਰ। ਇਸ ਕਰਕੇ ਜਿੱਦਾਂ ਸਰ ਸਰਕਾਰੀ ਜਿਹੜੇ ਦੂਜੇ ਬੱਚੇ ਹੈ, ਜਿਹੜੇ ਜਰਨਲ ਹੈ ਜੀ, SC ਹੈ, ਉਹਨਾਂ ਨੂੰ ਸਰ ਉਹਦੀ ਤਨਖਾਹ ਜਿੱਦਾਂ ਲੱਗਦੀ ਹੈ ਉਹ ਸਰ ਕੋਈ ਗਰੀਬ ਪਰਿਵਾਰਾਂ ਦੇ ਜੀ ਉਹ ਜ਼ਿਆਦਾ ਪੈਸੇ ਸਰ ਨਹੀਂ ਦੇ ਸਕਦੇ। ਇਸ ਕਰਕੇ ਉਹ ਪ੍ਰਾਈਵੇਟ ਕਾਲਜਾਂ 'ਚ ਸਰ ਨਹੀਂ ਜਾ ਸਕਦੇ। ਇਸ ਕਰਕੇ ਸਰ ਉਹ ਸਰਕਾਰੀ ਇਹਨਾਂ ਕਾਲਜਾਂ 'ਚ ਹੀ ਆਉਂਦੇ। ਇਸ ਕਰਕੇ ਸਰ ਜੇ ਆਪਾਂ ਜਦ ਤੱਕ ਇਹਨਾਂ ਨੂੰ ਸਰ ਇਨਸਾਫ ਨਹੀਂ ਜੇ ਮਿਲਿਆ, ਇਹਨਾਂ ਨੂੰ ਹੁਣ ਸਰ ਕੱਢਣੇ ਦੀ ਕੋਸ਼ਿਸ਼ ਹੈ ਜੀ ਸਰਕਾਰ ਦੀ, ਆਪਣੀ ਪੰਜਾਬ ਸਰਕਾਰ ਦੀ ਜੀ। ਇਸ ਕਰਕੇ ਜੇ ਇਹਨਾਂ ਨੂੰ ਸਰ ਇਨਸਾਫ ਨਹੀਂ ਮਿਲਿਆ ਤਾਂ ਜਦ ਤੱਕ ਇਹਨਾਂ ਦੇ ਅਸੀਂ ਨਾਲ ਬੈਠਾਂਗੇ, ਠੀਕ ਹੈ ਜੀ। ਇਸ ਕਰਕੇ ਸਰ ਅੱਜ ਅਸੀਂ ਸਰਕਾਰ ਨੂੰ ਇਹੀ ਦੱਸਣਾ ਚਾਹੁੰਦੇ, ਅਸੀਂ ਉਹਨਾਂ ਦਾ ਪੁਤਲਾ ਇਸ ਕਰਕੇ ਫੂਕਿਆ। ਜੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਸਰ ਸਾਡਾ PDF ਫੰਡ ਨਾ ਸਰ ਮਾਫ ਕਰ ਦੇਣਾ ਸਰ। ਸਾਡੇ ਬੱਚੇ ਸਾਰੀ ਜਿੱਦਾਂ ਜਰਨਲ ਬੱਚਿਆਂ ਦਾ ਵੀ ਫਾਇਦਾ ਹੋਣਾ ਜੀ, SCਆਂ ਦਾ ਵੀ ਫਾਇਦਾ ਹੋਣਾ ਸਰ। ਜਰਨਲ ਦੀ ਜਿਹੜੀ ਹੋਰ ਫੀਸ ਲੱਗਦੀ ਜਿੰਨੀ ਲੱਗਦੀ ਉਹ ਅੱਧੀ ਹੋ ਜੂਗੀ ਸਰ, ਜਿਹੜੀ SCਆਂ ਲੱਗਦੀ ਉਹ ਬਿਲਕੁਲ ਮਾਫ ਹੋ ਜੂਗੀ ਸਰ। ਇਸ ਕਰਕੇ ਇਹਨਾਂ ਦਾ ਵੀ ਸਰ ਵਿੱਚੇ ਸਾਡਾ ਫਾਇਦਾ ਹੈ ਸਰ, ਸਾਡੇ ਵਿੱਚੇ ਫਾਇਦਾ ਹੈ। ਇਸ ਕਰਕੇ ਸਰ ਜਦ ਤੱਕ ਇਹ ਸੰਘਰਸ਼ ਚੱਲੂਗਾ ਆਪਾਂ ਸਰ ਉਹਨਾਂ ਨਾਲ ਦਿਨ ਰਾਤ ਇਸ ਧਰਨੇ 'ਤੇ ਬੈਠਾਂਗੇ ਜੀ।